ਹਾਂਜੀ ਬੱਚਿਓ, ਅਸੀਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਸਾਡੀ ਸੈਕਿੰਡ ਪੋਇਮ ਔਨ ਫਰੈਂਡਸ਼ਿਪ ਦਾ ਕੰਪਰੀਹੈਂਸਿਵ ਐਕਸਪਲੇਨੇਸ਼ਨ ਤੇ ਪੈਰਾਫਰੇਜ਼ ਕੀਤੀ ਸੀ। ਅੱਜ ਅਸੀਂ ਉਸੇ ਪੋਇਮ ਦੇ ਜੋ ਸਾਡੇ ਟੈਕਸਚੁਅਲ ਐਕਸਰਸਾਈਜ਼ਸ ਨੇ ਉਹਨਾਂ ਨੂੰ ਕਵਰ ਕਰਾਂਗੇ। ਤਾਂ ਬੱਚਿਓ, ਐਕਸਰਸਾਈਜ਼ਸ ਕਰਨ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਅਪੀਲ ਜ਼ਰੂਰ ਕਰੂੰਗਾ ਕਿ ਤੁਸੀਂ ਇਹ ਐਕਸਰਸਾਈਜ਼ ਕਰਨ ਤੋਂ ਪਹਿਲਾਂ ਇਹ ਮੇਰਾ ਜਿਹੜਾ ਪਹਿਲਾ ਲੈਕਚਰ ਹੈ ਜਿਸ ਦੇ ਵਿੱਚ ਮੈਂ ਪੋਇਮ ਦੀ ਕੰਪਲੀਟ ਪੈਰਾਫਰੇਜ਼ ਦੀ ਐਕਸਪਲੇਨੇਸ਼ਨ ਸਮਝਾਈ ਹੈ, ਉਸ ਨੂੰ ਜ਼ਰੂਰ ਦੇਖੋ। ਮੈਂ ਇਸ ਦਾ ਲਿੰਕ ਤੁਹਾਨੂੰ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਤੁਸੀਂ ਇਸ ਲਿੰਕ ਤੇ ਜਾ ਕੇ ਇਸ ਦੀ ਕੰਪਲੀਟ ਪੈਰਾਫਰੇਜ਼ ਦੀ ਐਕਸਪਲੇਨੇਸ਼ਨ ਸਮਝ ਸਕਦੇ ਹੋ, ਕਿਉਂਕਿ ਤਾਂ ਹੀ ਇਹ ਐਕਸਰਸਾਈਜ਼ਸ ਨੂੰ ਕਰਨ ਦਾ ਫਾਇਦਾ ਹੈ, ਨਹੀਂ ਤਾਂ ਇਹਨਾਂ ਨੂੰ ਸਮਝਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਬਾਕੀ ਜਿਹੜੇ ਬੱਚਿਆਂ ਨੇ ਮੇਰਾ ਲੈਕਚਰ ਪਹਿਲਾਂ ਅਟੈਂਡ ਕੀਤਾ ਹੋਇਆ ਹੈ, ਇਸ ਨੂੰ ਕੰਟੀਨਿਊ ਕਰ ਸਕਦੇ ਹਨ। ਤਾਂ ਜਿਹੜਾ ਪਹਿਲਾ ਕੁਐਸਚਨ ਹੈ ਉਹ ਸੈਂਟਰਲ ਆਈਡੀਆ ਹੈ। ਇਸ ਦੀ ਆਲਰੇਡੀ ਮੈਂ ਤੁਹਾਨੂੰ PDF ਫਾਈਲ ਬਣਾ ਕੇ ਭੇਜ ਚੁੱਕਿਆ ਹਾਂ। ਤਾਂ ਅਸੀਂ ਸੈਕਿੰਡ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਇਸ ਦੇ ਵੀ ਸਾਨੂੰ ਇੱਕ ਸਟੈਂਜ਼ਾ ਦੇ ਰੱਖਿਆ ਹੈ ਜੀ, ਜਿਸ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ ਹੈ ਆਪਣੇ ਪੈਰਾਫਰੇਜ਼ ਵੇਲੇ। ਤਾਂ ਸਟ੍ਰੇਟ ਕੁਐਸਚਨ ਤੇ ਆਨੇ ਹਾਂ। ਤਾਂ ਪਹਿਲਾ ਕੁਐਸਚਨ ਹੈ ਨੇਮ ਦਾ ਪੋਇਟ। ਤਾਂ ਸਾਨੂੰ ਪਤਾ ਹੈ ਖਲੀਲ ਜਿਬਰਾਨ ਇਸ ਦੇ ਪੋਇਟ ਨੇ ਜੀ, ਤੇ ਅਸੀਂ ਇਸ ਦੇ ਨਾਮ ਇੱਥੇ ਲਿਖ ਦਿੰਨੇ ਹਾਂ ਤੇ ਇਸ ਦਾ ਆਂਸਰ ਕਲੀਅਰ ਹੈ ਜੀ। ਖਲੀਲ ਜਿਬਰਾਨ ਇਸ ਦੇ ਪੋਇਟ ਨੇ। ਤੁਹਾਨੂੰ ਪਤਾ ਹੈ ਜਿਹੜੀ ਪੋਇਮ ਹੈ ਉਹਨਾਂ ਦੀ ਇੱਕ ਬੁੱਕ ਹੈ ਜੋ 1923 ਈਸਵੀ ਦੇ ਵਿੱਚ ਦਾ ਪ੍ਰੋਫਿਟ ਦੇ ਨਾਮ ਤੇ ਆਈ ਸੀ, ਉਸ ਦੇ ਵਿੱਚੋਂ ਇਹ ਜਿਹੜਾ ਪੋਇਮ ਲਈ ਗਈ ਹੈ। दूसरा क्वेश्चन है कि व्हाट इज द मोस्ट इंपॉर्टेंट थिंग दैट वन कैन गिव टू अ फ्रेंड। ਕਿਹੜੀ ਬਹੁਤ ਹੀ ਜ਼ਰੂਰੀ ਚੀਜ਼ ਹੈ ਜੋ ਇੱਕ ਫਰੈਂਡ ਨੂੰ ਦੇ ਸਕਦਾ ਹੈ। ਤਾਂ ਪੂਰੀ ਪੋਇਮ ਜੇ ਅਸੀਂ ਪੜ੍ਹੀਏ ਬੱਚਿਓ, ਸਾਨੂੰ ਕਲੀਅਰ ਹੈ ਕਿ ਇੱਕ ਪਿਆਰ ਦਾ ਰਿਸ਼ਤਾ ਹੈ ਦੋ ਦੋਸਤਾਂ ਦੇ ਵਿਚਕਾਰ ਜੋ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਲਵ। ਸਿੰਪਲ ਇਹਦਾ ਆਂਸਰ ਲਵ ਹੈ ਜੀ। ਮੋਸਟ ਇੰਪੋਰਟੈਂਟ ਥਿੰਗ ਕਿ ਲਵ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ that one can give to a friend। the answer is the love है। तीसरा है जी, why do we shower when do we shower our friends with love, what do we earn in return from them। ਮਤਲਬ ਕਿ ਜਦੋਂ ਅਸੀਂ ਆਪਣੇ ਫਰੈਂਡ ਨੂੰ ਪਿਆਰ ਸਤਿਕਾਰ ਦਿੰਦੇ ਹਾਂ ਤਾਂ ਸਾਨੂੰ ਬਦਲੇ 'ਚ ਕੀ ਮਿਲਦਾ ਹੈ। ਤਾਂ ਅਸੀਂ ਫਸਟ ਸਟੈਂਜ਼ੇ ਦੇ ਵਿੱਚ ਕਰਿਆ ਸੀ ਬੱਚਿਓ ਕਿ ਜਿਸ ਤਰ੍ਹਾਂ ਇੱਥੇ ਇੱਕ ਪੋਇਟ ਨੇ ਇਹ ਵਾਲੀ ਲਾਈਨ ਦੇ ਵਿੱਚ ਕਿ ਹੀ ਇਜ਼ ਯੂਅਰ ਫੀਲਡ ਵਿਚ ਯੂ ਸੋ ਵਿਦ ਲਵ ਐਂਡ ਰੀਪ ਵਿਦ ਥੈਂਕਸ ਗਿਵਿੰਗ। ਮੈਂ ਤੁਹਾਨੂੰ ਇਹ ਕੰਪਲੀਟ ਸਮਝਾਇਆ ਸੀ ਕਿ ਇਸ ਦੇ ਵਿੱਚ ਮੈਟਾਫੋਰ ਯੂਜ਼ ਕੀਤਾ ਹੋਇਆ ਪੋਇਟ ਨੇ। ਤੇ ਜਿਸ ਤਰ੍ਹਾਂ ਇੱਕ ਕਿਸਾਨ ਆਪਣੇ ਖੇਤਾਂ ਦੇ ਵਿੱਚ ਜਦੋਂ ਬੀਜ ਬੋਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਉਹ ਫਸਲ ਕੱਢਦਾ ਹੈ, ਬਿਲਕੁਲ ਉਸੇ ਤਰ੍ਹਾਂ ਜਦੋਂ ਸਾਡਾ ਫਰੈਂਡ ਅਸੀਂ ਉਸ ਨੂੰ ਪਿਆਰ ਸਤਿਕਾਰ ਦਿੰਦੇ ਹਾਂ ਤਾਂ ਸਾਨੂੰ ਬਦਲੇ 'ਚ ਥੈਂਕਸ ਗਿਵਿੰਗ ਦਿੰਦਾ ਹੈ। ਤੇ ਥੈਂਕਸ ਗਿਵਿੰਗ ਦਾ ਮਤਲਬ ਹੈ ਕਿ ਉਹ ਸਾਨੂੰ ਰੈਸੀਪ੍ਰੋਕੇਟਸ ਕਰਦਾ ਹੈ, ਸਾਨੂੰ ਬਦਲੇ ਵਿੱਚ ਉਹ ਪਿਆਰ ਦਿੰਦਾ ਹੈ। ਤਾਂ ਅਸੀਂ ਆਂਸਰ ਦੇ ਵਿੱਚ ਇਹੀ ਲਿਖ ਸਕਦੇ ਹਾਂ ਕਿ we also get showers of love from them। ਕਿ ਜਦੋਂ ਅਸੀਂ ਆਪਣੇ ਫਰੈਂਡਸ ਨੂੰ ਪਿਆਰ ਸਤਿਕਾਰ ਦਿੰਦੇ ਹਾਂ ਤਾਂ ਬਦਲੇ ਵਿੱਚ ਸਾਨੂੰ ਉਸੇ ਤਰ੍ਹਾਂ ਦਾ ਪਿਆਰ ਸਤਿਕਾਰ ਸਾਨੂੰ ਵੀ ਪ੍ਰਾਪਤ ਹੁੰਦਾ ਹੈ। ਲਾਸਟ ਇਸ ਦਾ ਕੁਐਸਚਨ ਹੈ ਜੀ ਕਿ ਹਾਊ ਇਜ਼ ਦਾ ਫਰੈਂਡ ਅਵਰ ਫਾਇਰ ਸਾਈਡ। ਇੱਕ ਫਰੈਂਡ ਸਾਡੇ ਲਈ ਫਾਇਰ ਸਾਈਡ ਕਿਸ ਤਰ੍ਹਾਂ ਹੁੰਦਾ ਹੈ। ਇਸ ਦਾ ਆਂਸਰ ਅਸੀਂ ਸੈਕਿੰਡ ਲਾਈਨ ਦੇ ਵਿੱਚ ਦੇਖਿਆ ਸੀ ਕਿ ਹੀ ਇਜ਼ ਯੂਅਰ ਬੋਰਡ ਐਂਡ ਯੂਅਰ ਫਾਇਰ ਸਾਈਡ। ਇਸ ਤੇ ਫਿਰ ਮੈਟਾਫੋਰ ਯੂਜ਼ ਹੋਇਆ ਹੈ ਕਿ ਜਿਸ ਟਾਈਮ ਅਸੀਂ ਥੱਕੇ ਹੁੰਦੇ ਹਾਂ ਤਾਂ ਅਸੀਂ ਆਪਣੇ ਫਰੈਂਡ ਕੋਲੇ ਆਸਰਾ ਲੈਣ ਲਈ ਜਾਂਦੇ ਹਾਂ। ਜਿਸ ਤਰ੍ਹਾਂ ਉਸਦੇ ਘਰ ਜਾਂਦੇ ਹਾਂ ਤਾਂ ਸਾਨੂੰ ਮੈਂ ਤੁਹਾਨੂੰ ਦੱਸਿਆ ਸੀ ਪੋਇਮ ਨੂੰ ਐਕਸਪਲੇਨ ਕਰਦੇ ਹੋਏ ਕਿ ਜਿਸ ਤਰ੍ਹਾਂ ਇੱਕ ਇਨ ਹੁੰਦੀ ਹੈ, ਸਰਾਂ ਹੁੰਦੀ ਹੈ, ਉਸਦੇ ਵਿੱਚ ਅਸੀਂ ਪੂਰਾ ਦਿਨ ਚੱਲ ਕੇ ਰਾਤ ਨੂੰ ਆਰਾਮ ਕਰਦੇ ਹਾਂ। ਬਿਲਕੁਲ ਸੇਮ ਇਸੇ ਤਰ੍ਹਾਂ ਅਸੀਂ ਫਰੈਂਡ ਕੋਲੇ ਵੀ ਜਾ ਕੇ ਉਸਦਾ ਆਸਰਾ ਭਾਲਦੇ ਹਾਂ ਤੇ ਉਸ ਕੋਲ ਜਾਂਦੇ ਹਾਂ ਤੇ ਸਾਡੇ ਲਈ ਉਹ ਸਾਨੂੰ ਖਾਣਾ ਵੀ ਦਿੰਦਾ ਹੈ ਤੇ ਸਾਨੂੰ ਉਹ ਆਸਰਾ ਵੀ ਦਿੰਦਾ ਹੈ। ਤੇ ਕੁਐਸਚਨ ਇਹੀ ਹੈ ਕਿ ਉਹ ਸਾਡਾ ਫਾਇਰ ਸਾਈਡ ਕਿਸ ਤਰ੍ਹਾਂ ਹੈ। ਜਿਵੇਂ ਫਾਇਰ ਸਾਈਡ ਦੇ ਕੋਲੇ ਸਾਨੂੰ ਨਿੱਘ ਮਿਲਦੀ ਹੈ ਤਾਂ ਫਰੈਂਡ ਸਾਡੇ ਲਈ ਫਾਇਰ ਸਾਈਡ ਕਿਵੇਂ ਹੈ। ਕਿਉਂਕਿ ਅਸੀਂ ਜਦੋਂ ਬੱਚਿਓ ਆਪਣੇ ਫਰੈਂਡ ਕੋਲ ਦੁਖੀ ਹੋਏ ਜਾਂਦੇ ਹਾਂ ਤਾਂ ਫਰੈਂਡ ਸਾਨੂੰ ਹਮਦਰਦੀ ਦਿੰਦਾ ਹੈ। ਤਾਂ ਜਦੋਂ ਸਾਨੂੰ ਹਮਦਰਦੀ ਦਿੰਦਾ ਸਾਡੇ ਲਈ ਉਹ ਇੱਕ ਤਰ੍ਹਾਂ ਦੀ ਨਿੱਘ ਦਾ ਕੰਮ ਕਰਦੀ ਹੈ। ਤਾਂ ਅਸੀਂ ਇੱਥੇ ਆਂਸਰ ਲਿਖਦੇ ਹਾਂ ਕਿ ਹੀ ਪ੍ਰੋਵਾਈਡਸ ਅਸ sympathy। ਤਾਂ ਬੱਚਿਓ ਇਸ ਤਰੀਕੇ ਨਾਲ ਅਸੀਂ ਇਹ ਜਿਹੜਾ ਪਹਿਲਾ ਸਾਡਾ ਸਟੈਂਜ਼ਾ ਹੈ ਜੋ ਉਸਦੇ ਕੁਐਸਚਨਸ ਨੇ ਕੰਪਰੀਹੈਂਸ਼ਨ ਨੂੰ ਅਸੀਂ ਕਵਰ ਕਰ ਲਏ ਹਨ। ਹੁਣ ਅਸੀਂ ਸੈਕਿੰਡ ਕੰਪਰੀਹੈਂਸ਼ਨ ਵੱਲ ਵੱਧਦੇ ਹਾਂ। ਹਾਂਜੀ ਬੱਚਿਓ, ਸੈਕਿੰਡ ਕੰਪਰੀਹੈਂਸ਼ਨ ਦੇ ਵਿੱਚ ਫਿਰ ਉਸੇ ਤਰ੍ਹਾਂ 4 ਕੁਐਸਚਨਸ ਨੇ। ਇਸ ਵਾਰੀ ਸਾਨੂੰ ਦੂਸਰਾ ਸਟੈਂਜ਼ਾ ਦਿੱਤਾ ਹੋਇਆ ਹੈ, ਕੋਈ ਹੋਰ ਦਿੱਤਾ ਹੋਇਆ ਹੈ। ਤਾਂ ਪਹਿਲੇ ਆਂਸਰ ਕੁਐਸਚਨ ਵੱਲ ਅਸੀਂ ਨਜ਼ਰ ਕਰਦੇ ਹਾਂ ਕਿ ਅ ਮਾਊਂਟੇਨ ਅਪੀਅਰਸ ਮੋਰ ਕਲੀਅਰ ਵੈਨ
one is on the plane at some distance away. How does the poet relate this statement to understand the value of a friend? ਤਾਂ ਬੱਚਿਓ ਇਸ ਸਟੈਂਜ਼ੇ ਦੇ ਵਿੱਚ ਜੋ ਇਹ ਪਹਿਲੀਆਂ ਹੀ ਲਾਈਨਸ ਨੇ, ਇਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਵੀ ਇੱਕ ਤਰ੍ਹਾਂ ਦੀ ਸਿਮਲੀ ਯੂਜ਼ ਕਰਦਾ ਹੈ। ਇੱਥੇ ਐਜ਼ ਦੇਖੋ ਉਸਨੇ ਸਿਮਲੀ ਯੂਜ਼ ਕੀਤੀ ਹੈ, ਤਾਂ ਸਿਮਲੀ ਇਹ ਸੀ ਕਿ ਜਿਸ ਤਰ੍ਹਾਂ ਇੱਕ ਕਲਾਈਂਬਰ ਹੁੰਦਾ ਹੈ, ਜੋ ਪਹਾੜਾਂ ਤੇ ਚੜ੍ਹਨ ਵਾਲਾ ਇਨਸਾਨ ਹੁੰਦਾ ਹੈ, ਉਹ ਪਹਾੜੀ ਦੇ ਕੋਲੇ ਪਹਾੜੀ ਦਾ ਜਿਹੜਾ ਵਿਊ ਹੈ ਉਸ ਨੂੰ ਥੱਲੇ ਤੋਂ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਦਾ ਹੈ। ਪਰ ਇੱਕ ਵਾਰੀ ਜਦੋਂ ਮਾਊਂਟੇਨ ਤੇ ਚੜ੍ਹਨਾ ਸ਼ੁਰੂ ਕਰ ਦਿੰਦਾ ਹੈ ਤਾਂ ਫਿਰ ਉਸ ਨੂੰ ਮਾਊਂਟੇਨ ਦਾ ਉਹ ਵਿਊ ਚੰਗੀ ਤਰ੍ਹਾਂ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਜਦੋਂ ਕੋਈ ਇੱਕ ਫਰੈਂਡ ਕਿਸੇ ਦੂਸਰੇ ਫਰੈਂਡ ਤੋਂ ਦੂਰ ਹੁੰਦਾ ਹੈ ਤਾਂ ਉਹ ਜਿਹੜੇ ਫਰੈਂਡ ਹੁੰਦੇ ਨੇ ਉਹ ਇੱਕ ਦੂਸਰੇ ਨੂੰ ਉਸ ਟਾਈਮ ਮਿਸ ਕਰਦੇ ਨੇ, ਕਿਉਂਕਿ ਜਦੋਂ ਇਕੱਠੇ ਹੁੰਦੇ ਨੇ ਉਸ ਟਾਈਮ ਉਹਨਾਂ 'ਚ ਕਿੰਨੀ ਦੋਸਤੀ ਹੈ ਉਸ ਦਾ ਅਹਿਸਾਸ ਨਹੀਂ ਹੁੰਦਾ, ਲੇਕਿਨ ਜਦੋਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਫਿਰ ਉਹ ਇੱਕ ਦੂਜੇ ਨੂੰ ਮਿਸ ਕਰਦੇ ਨੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਕਲਾਈਂਬਰ ਹੈ ਉਹ ਮਾਊਂਟੇਨ ਦਾ ਵਿਊ ਪਲੇਨ ਤੋਂ ਦੂਰ ਹੋ ਕੇ ਮਿਸ ਕਰਦਾ ਹੈ। ਤਾਂ ਕੁਐਸਚਨ ਇਹੀ ਹੈ ਕਿ ਜਿਹੜਾ ਇੱਕ ਫਰੈਂਡ ਹੈ ਉਹ ਉਸਦੀ ਮਤਲਬ ਜਿਹੜੀ ਜਿਹੜੀ ਲਾਈਨ ਆਈ ਹੈ ਕਿ ਅ ਮਾਊਂਟੇਨ ਅਪੀਅਰਸ ਮੋਰ ਕਲੀਅਰ ਵੈਨ ਵਨ ਇਜ਼ ਔਨ ਦਾ ਪਲੇਨ ਐਟ ਸਮ ਡਿਸਟੈਂਸ ਅਵੇ, ਤਾਂ ਇਸ ਲਾਈਨ ਦੇ ਨਾਲ ਪੋਇਟ ਨੇ ਫਰੈਂਡ ਦੀ ਜੋ ਵੈਲਿਊ ਹੈ ਉਸ ਨੂੰ ਕਿਸ ਤਰ੍ਹਾਂ ਰਿਲੇਟ ਕੀਤਾ ਹੈ? ਤਾਂ ਇਸ ਦਾ ਆਨਸਰ ਆਪਾਂ ਬੜਾ ਸਿੰਪਲ ਜਿਹਾ ਲਿਖ ਸਕਦੇ ਹਾਂ ਕਿ ਵੈਨ ਅਵਰ ਫਰੈਂਡ ਇਜ਼ ਅਵੇ ਫਰੋਮ ਅਸ, ਇੱਥੇ ਲਿਖ ਦਿੰਦੇ ਹਾਂ, we miss him। ਤਾਂ ਇੱਕ ਲਾਈਨ ਦੇ ਵਿੱਚ ਇਹਦਾ ਆਨਸਰ ਹੈ ਕਿ ਵੈਨ ਅਵਰ ਫਰੈਂਡ ਇਜ਼ ਅਵੇ ਫਰੋਮ ਅਸ ਵੀ ਮਿਸ ਹਿਮ, ਤਾਂ ਅਸੀਂ ਉਸ ਨੂੰ ਮਿਸ ਕਰਦੇ ਹਾਂ। ਦੂਸਰਾ ਕੁਐਸਚਨ ਹੈ ਕਿ ਵਟ ਸ਼ੁੱਡ ਬੀ ਦਾ ਮੇਨ ਪਰਪਸ ਆਫ ਫਰੈਂਡਸ਼ਿਪ? ਫਰੈਂਡਸ਼ਿਪ ਦਾ ਮੇਨ ਪਰਪਸ ਕੀ ਹੁੰਦਾ ਹੈ? ਦੋਸਤੀ ਦਾ ਮੁੱਖ ਮੰਤਵ ਕੀ ਹੈ? ਤਾਂ ਦੋਸਤੀ ਦਾ ਮੁੱਖ ਮੰਤਵ ਇਹੀ ਹੈ ਕਿ ਸਾਡੇ ਜੋ ਦੋ ਦੋਸਤਾਂ ਦੇ ਵਿੱਚ ਪਿਆਰ ਹੁੰਦਾ ਹੈ ਉਹ ਬਹੁਤ ਹੀ ਡੀਪ ਹੋਣਾ ਚਾਹੀਦਾ ਹੈ। ਤਾਂ ਇਹ ਆਨਸਰ ਇਹ ਵਾਲੀ ਲਾਈਨ ਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿ ਲੈਟ ਦੇਅਰ ਬੀ ਨੋ ਪਰਪਸ ਇਨ ਫਰੈਂਡਸ਼ਿਪ ਸੇਵ ਦਾ ਡੀਪਨਿੰਗ ਆਫ ਦਾ ਸਪਿਰਿਟ। ਮੈਂ ਤੁਹਾਨੂੰ ਸਮਝਾਇਆ ਸੀ ਕਿ ਜਦੋਂ ਫਰੈਂਡਸ਼ਿਪ ਦੇ ਵਿੱਚ ਕੋਈ ਸਵਾਰਥ ਨਹੀਂ ਹੁੰਦੇ, ਕੋਈ ਨਿੱਜੀ ਸਵਾਰਥ ਨਹੀਂ ਹੁੰਦੇ, ਤਾਂ ਉਸ ਟਾਈਮ ਦੋਸਤੀ ਦਾ ਜਿਹੜਾ ਤੰਦ ਹੁੰਦੀ ਹੈ ਬਹੁਤ ਹੀ ਮਜ਼ਬੂਤ ਹੁੰਦੀ ਹੈ, ਉਹ ਰਿਸ਼ਤਾ ਬਹੁਤ ਹੀ ਗਹਿਰਾ ਹੁੰਦਾ ਹੈ। ਤਾਂ ਅਸੀਂ ਇਹਦਾ ਆਨਸਰ ਇੱਥੇ ਲਿਖ ਸਕਦੇ ਹਾਂ ਕਿ ਇਟ ਸ਼ੁੱਡ strengthen the bond of love between two friends। ਤਾਂ ਦੋਸਤੀ ਦਾ ਮੇਨ ਪਰਪਸ ਕੀ ਹੋਣਾ ਚਾਹੀਦਾ ਹੈ ਕਿ ਇਹ ਸਟਰੈਂਥਨ ਕਰੇ। ਸਟਰੈਂਥਨ ਦਾ ਮਤਲਬ ਮਜ਼ਬੂਤ ਕਰੇ ਬੌਂਡ ਆਫ ਲਵ ਨੂੰ। ਕਿਹਦੇ ਬੌਂਡ ਆਫ ਲਵ ਨੂੰ? ਦੋਨਾਂ ਫਰੈਂਡਸ ਦੇ ਵਿਚਕਾਰ ਜੋ ਬੌਂਡ ਆਫ ਲਵ ਹੈ ਉਸ ਨੂੰ ਮਜ਼ਬੂਤ ਕਰੇ। ਇਹੀ ਫਰੈਂਡਸ਼ਿਪ ਦਾ ਮੇਨ ਪਰਪਸ ਹੋਣਾ ਚਾਹੀਦਾ ਹੈ। ਤੀਸਰਾ ਕੁਐਸਚਨ ਹੈ ਜੀ ਕਿ ਲਿਸਟ ਆਲ ਦਾ ਕੁਆਲਿਟੀਜ਼ ਅ ਟਰੂ ਫਰੈਂਡ ਸ਼ੁੱਡ ਹੈਵ ਅਕੋਰਡਿੰਗ ਟੂ ਖਲੀਲ ਜਿਬਰਾਨ। ਖਲੀਲ ਜਿਬਰਾਨ ਨੇ ਪੋਇਮ ਦੇ ਵਿੱਚ ਕਿਹੜੀਆਂ ਕੁਆਲਿਟੀਜ਼ ਦਾ ਜ਼ਿਕਰ ਕੀਤਾ ਜੋ ਇੱਕ ਸੱਚੇ ਫਰੈਂਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ? ਤਾਂ ਅਸੀਂ ਕੋਈ ਵੀ ਲਿਖ ਸਕਦੇ ਹਾਂ ਜੀ, ਦੋ ਚਾਰ ਕੁਆਲਿਟੀਜ਼ ਅਸੀਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹੀ ਸ਼ੁੱਡ ਬੀ ਲਵਿੰਗ, grateful, supportive, and helpful। ਦੇਖੋ ਜੀ, ਪਿਆਰ ਕਰਨ ਵਾਲਾ ਹੋਣਾ ਚਾਹੀਦਾ ਸਾਡਾ ਦੋਸਤ, ਗ੍ਰੇਟਫੁਲ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਸਪੋਰਟਿਵ ਐਂਡ ਹੈਲਪਫੁਲ ਕਿ ਸਾਡੀ ਹਮੇਸ਼ਾ ਮਦਦ ਕਰਨ ਵਾਲਾ ਹੋਣਾ ਚਾਹੀਦਾ ਹੈ। ਤਾਂ ਇਹ ਅਸੀਂ ਚਾਰ ਕੁਆਲਿਟੀਜ਼ ਆਪਣੇ ਫਰੈਂਡ ਦੀਆਂ ਲਿਖ ਦਿੱਤੀਆਂ ਹਨ। ਲਾਸਟ ਕੁਐਸਚਨ ਸਾਡਾ ਮਲਟੀਪਲ ਹੈ ਜੀ, ਮਲਟੀਪਲ ਚੋਇਸ ਵਾਲਾ। ਟਰੂ ਫਰੈਂਡ ਇਜ਼ ਵਨ ਵਿਦ whom we can share our। ਤਾਂ ਇਸ ਦਾ ਆਨਸਰ ਬਿਲਕੁਲ ਜੋ ਸਾਡੀ ਲਾਈਨ ਹੈ ਇਹ ਵਾਲੀ ਔਨ ਮਿਸਟਰੀ ਇਜ਼ ਨੋਟ ਲਵ, ਇਸ ਤੋਂ ਅਸੀਂ ਕਲੀਅਰ ਕਰ ਸਕਦੇ ਹਾਂ ਕਿ ਸਾਡਾ ਸੱਚਾ ਦੋਸਤ ਉਹ ਹੈ ਜੋ ਸਾਡੇ ਨਾਲ ਆਪਣੇ ਸੁੱਖ ਤੇ ਦੁੱਖ ਸਾਂਝੇ ਕਰਦਾ ਹੈ। ਜੋਇਜ਼ ਐਂਡ ਸੋਰੋਜ਼ ਇਸ ਦਾ ਆਨਸਰ ਹੈ। ਤਾਂ ਇਸ ਦੇ ਨਾਲ ਸਾਡੇ ਬੱਚਿਓ ਦੋਨੇ ਕੰਪਰੀਹੈਂਸ਼ਨਸ
ਸਾਡੀਆਂ ਖ਼ਤਮ ਹੁੰਦੀਆਂ ਨੇ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਈਆਂ ਹੋਣਗੀਆਂ। ਮੈਂ ਫੇਰ ਇੱਕ ਵਾਰੀ ਸਾਰੇ ਬੱਚਿਆਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਹਾਨੂੰ ਇਹ ਕੰਪ੍ਰੀਹੈਂਸ਼ਨਸ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਈਆਂ ਤਾਂ ਤੁਹਾਨੂੰ ਮੇਰਾ ਪਿਛਲਾ ਲੈਕਚਰ ਜੋ ਕਿ ਮੈਂ ਪੂਰੀ ਪੋਇਮ ਦੇ ਉੱਪਰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਕੰਪਲੀਟ ਪੈਰਾਫਰੇਜ਼ ਦੀ ਐਕਸਪਲੇਨੇਸ਼ਨ ਔਨ ਫਰੈਂਡਸ਼ਿਪ 'ਤੇ ਬਣਾਇਆ ਹੈ, ਉਸ ਨੂੰ ਜ਼ਰੂਰ ਦੇਖੋ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ। ਤੇ ਬੱਚਿਓ, ਤੁਸੀਂ ਆਪਣਾ ਸਾਰਾ ਕੰਮ ਦੋਨੇ ਕੰਪ੍ਰੀਹੈਂਸ਼ਨਸ ਆਪਣੀਆਂ ਫੇਅਰ ਨੋਟਬੁੱਕਸ 'ਤੇ ਨੋਟ ਕਰ ਲੈਣੀਆਂ ਨੇ। ਨੋਟ ਕਰਨ ਤੋਂ ਬਾਅਦ ਮੈਨੂੰ ਉਸਦੀਆਂ ਪਿਕਸ ਜ਼ਰੂਰ ਭੇਜ ਦੇਣੀਆਂ। ਧੰਨਵਾਦ।